सत श्री अकाल। टीवी पंजाब देख रहे ਸਾਰੇ ਹੀ ਦਰਸ਼ਕਾਂ ਦਾ ਅੱਜ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਕਈ ਦੇਸ਼ਾਂ ਵਿੱਚ ਖੁੱਲ ਚੁੱਕੇ ਨੇ ਵੀਜ਼ਾ ਐਪਲੀਕੇਸ਼ਨ ਸੈਂਟਰ। ਦੱਸਾਂਗੇ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਕਿਹੜੇ ਦੇਸ਼ਾਂ ਤੇ ਵੀਜ਼ਾ ਐਪਲੀਕੇਸ਼ਨ ਸੈਂਟਰਸ ਦੇ ਖੁੱਲਣ ਦੇ ਬਾਰੇ ਸੂਚੀ ਕੀਤੀ ਜਾਰੀ। ਓਨਟਾਰੀਓ ਦੇ ਇੱਕ ਨੇਲ ਐਂਡ ਸਪਾ ਸੈਲੂਨ 'ਚ ਫੈਲਿਆ ਕਰੋਨਾ ਵਾਇਰਸ। ਅੱਜ 5 ਹੋਰ ਨਵੇਂ ਮਾਮਲੇ ਆਏ ਸਾਹਮਣੇ। ਹੁਣ ਤੱਕ 27 ਜਣਿਆਂ ਨੂੰ ਇੱਥੇ ਤੋਂ ਹੋ ਚੁੱਕਿਆ ਕਰੋਨਾ ਵਾਇਰਸ। ਟਿਮ ਹਾਰਟਨਸ ਦੀ ਐਪ ਨੂੰ ਲੈ ਕੇ ਲੱਗੇ ਇਲਜ਼ਾਮ। ਐਪਲੀਕੇਸ਼ਨ ਦੇ ਬੰਦ ਰਹਿਣ ਤੇ ਵੀ ਵਿਅਕਤੀਆਂ ਦੇ ਦਿਨ ਭਰ ਦੀਆਂ ਐਕਟੀਵਿਟੀਜ਼ ਦਾ ਰਿਕਾਰਡ ਰੱਖੇ ਜਾਣ ਦਾ ਦਾਅਵਾ। ਅੱਜ ਕੈਨੇਡਾ ਤੋਂ ਅਧਿਕਾਰੀਆਂ ਨੇ ਕੀਤਾ ਜਾਂਚ ਦਾ ਐਲਾਨ। ਟੋਰਾਂਟੋ ਵਿੱਚ ਚਾਕੂ ਦੀ ਨੋਕ ਤੇ 8 ਥਾਵਾਂ ਤੇ ਲੁੱਟਾਂ ਨੂੰ ਅੰਜਾਮ ਦੇਣ ਦੇ ਇਲਜ਼ਾਮ। ਪੁਲਿਸ ਨੇ ਇੱਕ ਵਿਅਕਤੀ ਦੀ ਤਸਵੀਰ ਜਾਰੀ ਕਰਕੇ ਪਛਾਣ ਕਰਨ ਲਈ ਮੰਗੀ ਮਦਦ। ਕੈਮਲੂਪਸ ਵਿੱਚ ਪਿਟਬੁਲ ਨੇ ਕੀਤਾ ਇੱਕ ਵਿਅਕਤੀ ਤੇ ਹਮਲਾ, ਵਿਅਕਤੀ ਦੀ ਮੌਕੇ ਤੇ ਮੌਤ। ਬ੍ਰਿਟਿਸ਼ ਕੋਲੰਬੀਆ ਵਿੱਚ ਸ਼ੁੱਕਰਵਾਰ ਨੂੰ 131 ਓਵਰਡੋਜ਼ ਦੇ ਮਾਮਲੇ ਆਏ ਸਾਹਮਣੇ। ਨਸ਼ੇ ਕਾਰਨ ਵੱਡੀ ਗਿਣਤੀ ਦੇ ਵਿੱਚ ਅਜਿਹੇ ਮਾਮਲੇ ਸਾਹਮਣੇ ਆਉਣ ਤੇ ਚਿੰਤਾ ਦਾ ਪ੍ਰਗਟਾਵਾ। ਦੱਸਾਂਗੇ ਕੈਨੇਡਾ ਭਰ ਵਿੱਚ ਕਰੋਨਾ ਵਾਇਰਸ ਨਾਲ ਸੰਬੰਧਿਤ ਕਿੰਨੇ ਹੋ ਚੁੱਕੇ ਨੇ ਅੰਕੜੇ, ਹਰ ਸੂਬੇ 'ਚ ਕਿੰਨੀਆਂ ਹੋ ਚੁੱਕੀਆਂ ਨੇ ਮੌਤਾਂ ਤੇ ਐਕਟਿਵ ਕੇਸ। ਇਸ ਨਾਲ ਹੀ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹਨਾਂ ਨੇ ਇੱਕ ਸੂਚੀ ਜਾਰੀ ਕਰ ਦਿੱਤੀ ਹੈ ਜਿਸ ਵਿੱਚ ਵੱਖੋ ਵੱਖਰੇ ਦੇਸ਼ਾਂ ਦੇ ਅੰਦਰ ਕਿੱਥੇ ਵੀਜ਼ਾ ਆਫਿਸ ਖੁੱਲ੍ਹ ਚੁੱਕੇ ਨੇ ਉਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ, ਜਿਸ ਦੇ ਵਿੱਚ ਇਮੀਗ੍ਰੇਸ਼ਨ ਵਿਭਾਗ ਨੇ ਸਾਰੇ ਦੇਸ਼ ਤੇ ਉਹਨਾਂ ਦੇ ਕਿਹੜੇ ਸ਼ਹਿਰ ਦੇ ਵਿੱਚ ਉਸ ਦੇਸ਼ ਦੇ ਉਹ ਵੀਜ਼ਾ ਆਫਿਸ ਖੁੱਲ੍ਹ ਚੁੱਕਿਆ ਹੈ ਉਸ ਦੇ ਬਾਰੇ ਜਾਣਕਾਰੀ ਸੂਚੀ ਵਿੱਚ ਜਾਰੀ ਕੀਤੀ ਗਈ ਹੈ, ਜਿਸ ਦੇ ਉੱਤੇ ਕਲਿੱਕ ਕਰਕੇ ਅੱਗੇ ਹੋਰ ਸਾਰੀ ਜਾਣਕਾਰੀ ਸਾਹਮਣੇ ਆ ਜਾਂਦੀ ਹੈ। IRCC ਦੀ ਵੈਬਸਾਈਟ ਦੇ ਉੱਤੇ ਇਹ ਸੂਚੀ ਨੂੰ ਜਾਰੀ ਕੀਤਾ ਗਿਆ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਾਣਕਾਰੀ ਜਾਰੀ ਕੀਤੀ ਗਈ ਹੈ। ਇਮੀਗ੍ਰੇਸ਼ਨ ਵਿਭਾਗ ਦੀ ਵੈਬਸਾਈਟ ਦੇ ਉੱਤੇ ਦੱਸਿਆ ਗਿਆ ਹੈ ਕਿ ਕੈਨੇਡਾ ਦੇ ਵਿੱਚ ਆਉਣ ਵਾਸਤੇ ਜਿਹੜੇ ਵਿਅਕਤੀਆਂ ਨੇ ਫਾਈਲਾਂ ਲਾਉਣੀਆਂ ਨੇ ਜਾਂ ਫਿਰ ਉਹ ਬਾਇਓਮੈਟ੍ਰਿਕ ਦੀ ਉਡੀਕ ਕਰ ਰਹੇ ਸਨ, ਉਹਨਾਂ ਦੇ ਲਈ ਕਈ ਦੇਸ਼ਾਂ ਦੇ ਵਿੱਚ ਵੀਜ਼ਾ ਐਪਲੀਕੇਸ਼ਨ ਸੈਂਟਰਸ ਨੂੰ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ, ਜਿਸ ਦੇ ਬਾਰੇ ਜਦੋਂ ਉਹਨਾਂ ਨੇ ਆਪਣੇ ਫਿੰਗਰਪ੍ਰਿੰਟ ਦੇਣੇ ਨੇ ਜਾਂ ਫੋਟੋਜ਼ ਜਮ੍ਹਾਂ ਕਰਵਾਉਣੀਆਂ ਨੇ ਜਾਂ ਫਿਰ ਫੀਸ ਦੇਣੀ ਹੈ ਤਾਂ ਉੱਥੇ ਉਹ ਕੀਤਾ ਜਾ ਸਕਦਾ ਹੁਣ। ਤੇ ਇਸ ਦੇ ਉੱਤੇ ਲਗਾਤਾਰ ਅਪਡੇਟ ਸਾਹਮਣੇ ਆ ਰਿਹਾ ਹੈ। ਜੋ ਵੀਜ਼ਾ ਸੈਂਟਰ ਖੁੱਲ੍ਹ ਚੁੱਕੇ ਨੇ ਉਹ IRCC ਦੀ ਵੈਬਸਾਈਟ ਦੇ ਉੱਤੇ ਪੂਰੀ ਸੂਚੀ ਮੌਜੂਦ ਹੈ, ਜਿਸ ਦੇ ਵਿੱਚ ਦੱਸਿਆ ਗਿਆ ਕਿ ਆਸਟ੍ਰੇਲੀਆ ਵਿੱਚ ਮੈਲਬੌਰਨ ਤੇ ਸਿਡਨੀ 'ਚ ਖੁੱਲ੍ਹ ਚੁੱਕਿਆ ਹੈ, ਆਸਟਰੀਆ ਵਿੱਚ ਇੱਕ ਖੁੱਲ੍ਹ ਚੁੱਕਿਆ ਹੈ, ਬਹਰੇਨ 'ਚ ਇੱਕ ਖੁੱਲ੍ਹ ਚੁੱਕਿਆ ਹੈ, ਬਾਰਬਾਡੋਸ 'ਚ ਇੱਕ ਖੁੱਲ੍ਹ ਚੁੱਕਿਆ ਹੈ, ਚੀਨ ਵਿੱਚ ਕਈ ਖੁੱਲ੍ਹ ਚੁੱਕੇ ਨੇ। 10 ਦੇ ਕਰੀਬ ਚੀਨ ਵਿੱਚ ਵੀਜ਼ਾ ਐਪਲੀਕੇਸ਼ਨ ਸੈਂਟਰ ਕੈਨੇਡਾ ਦੇ ਵਾਸਤੇ ਖੁੱਲ੍ਹ ਚੁੱਕੇ ਨੇ। ਫੀਜੀ ਦੇ ਵਿੱਚ ਇੱਕ ਖੁੱਲ੍ਹਿਆ ਹੈ, ਫਰਾਂਸ 'ਚ ਇੱਕ ਖੁੱਲ੍ਹਿਆ ਹੈ, ਜਰਮਨੀ 'ਚ 2 ਖੁੱਲ੍ਹੇ ਨੇ, ਗਾਨਾ 'ਚ ਇੱਕ ਖੁੱਲ੍ਹਿਆ ਹੈ, ਗ੍ਰੀਸ ਵਿੱਚ ਇੱਕ, ਇਰਾਕ ਵਿੱਚ ਇੱਕ, ਇਜ਼ਰਾਈਲ 'ਚ ਇੱਕ, ਇਟਲੀ 'ਚ ਇੱਕ, ਜਾਪਾਨ 'ਚ 2, ਮਲੇਸ਼ੀਆ ਵਿੱਚ ਇੱਕ ਦਫ਼ਤਰ ਖੁੱਲ੍ਹ ਗਿਆ ਹੈ, ਨਿਊਜ਼ੀਲੈਂਡ 'ਚ ਇੱਕ ਖੁੱਲ੍ਹਿਆ ਹੈ, ਰੋਮਾਨੀਆ 'ਚ ਇੱਕ ਖੁੱਲ੍ਹਿਆ ਹੈ, ਸਰਬੀਆ 'ਚ ਇੱਕ ਖੁੱਲ੍ਹਿਆ ਹੈ, ਸਪੇਨ 'ਚ ਇੱਕ ਖੁੱਲ੍ਹਿਆ ਹੈ, ਸ਼੍ਰੀਲੰਕਾ 'ਚ ਇੱਕ, ਥਾਈਲੈਂਡ 'ਚ ਇੱਕ, ਨੀਦਰਲੈਂਡਸ ਵਿੱਚ ਇੱਕ ਤੇ ਯੂਨਾਈਟਿਡ ਅਰਬ ਐਮੀਰੇਟਸ ਦੇ ਵਿੱਚ 2 ਖੁੱਲ੍ਹੇ ਨੇ। ਇਹ ਵੱਖੋ ਵੱਖਰੇ ਉਹਨਾਂ ਦੇ ਵੀਜ਼ਾ ਐਪਲੀਕੇਸ਼ਨ ਸੈਂਟਰ ਨੇ ਜਿਹੜੇ ਖੋਲ੍ਹੇ ਜਾਣ ਦੀ ਸੂਚੀ ਹੈ ਕੈਨੇਡਾ ਇਮੀਗ੍ਰੇਸ਼ਨ ਦੀ ਵੈਬਸਾਈਟ ਦੇ ਉੱਤੇ ਮੌਜੂਦ ਹੈ, ਜਿੱਥੇ ਜਾ ਕੇ ਦੇਖਿਆ ਜਾ ਸਕਦਾ ਹੈ। ਇਸ ਦੇ ਵਿੱਚ ਹਜੇ ਭਾਰਤ ਦਾ ਨਾਮ ਨਹੀਂ ਹੈ, ਭਾਰਤ ਦੇ ਵਿੱਚ ਹਜੇ ਇਹ ਸੈਂਟਰ ਨਹੀਂ ਖੁੱਲ੍ਹੇ ਨੇ, ਜਿਸ ਦੇ ਬਾਰੇ ਜਾਣਕਾਰੀ ਜਿਵੇਂ ਹੀ ਸਾਹਮਣੇ ਆਉਂਦੀ ਹੈ ਤਾਂ ਅਸੀਂ ਤੁਹਾਨੂੰ ਦੱਸਾਂਗੇ ਤੇ ਤੁਸੀਂ ਖੁਦ ਵੀ ਇਮੀਗ੍ਰੇਸ਼ਨ ਦੀ ਵੈਬਸਾਈਟ ਦੇ ਉੱਤੇ ਜਾ ਕੇ ਜਾਣਕਾਰੀ ਲੈ ਸਕਦੇ ਹੋ। ਅਗਲੀ ਖਬਰ ਹੈ ਕਿ COVID-19 ਜਿੱਥੇ ਇੱਕ ਪਾਸੇ ਇਸ ਦੇ ਉੱਤੇ ਕਾਬੂ ਵੀ ਪਾਇਆ ਜਾ ਰਿਹਾ ਹੈ, ਵੱਡੀ ਗਿਣਤੀ ਦੇ ਵਿੱਚ ਵਪਾਰ ਤਾਂ ਖੁੱਲ੍ਹ ਗਏ ਨੇ, ਤਾਂ ਵਪਾਰਾਂ ਦੇ ਵਿੱਚ ਸੁਰੱਖਿਆ ਨੂੰ ਸਥਾਈ ਬਣਾਉਣ ਦੇ ਵਾਸਤੇ ਕਦਮ ਚੁੱਕੇ ਜਾ ਰਹੇ ਨੇ। ਉਹਨਾਂ ਦੇ ਤਹਿਤ ਵੀ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਜਿੱਥੇ ਕਿ ਵੱਖੋ ਵੱਖਰੇ ਬਿਜ਼ਨੈਸਿਸ ਦੇ ਉੱਤੇ COVID-19 ਫੈਲ ਗਿਆ। ਤੇ ਕੁਝ ਅਜਿਹਾ ਹੀ ਮਾਮਲਾ ਓਨਟਾਰੀਓ ਤੋਂ ਵੀ ਸਾਹਮਣੇ ਆਇਆ, ਜਿੱਥੇ ਕਿ ਇੱਕ ਸੈਲੂਨ ਦੇ ਅੰਦਰ ਕਾਫੀ ਜ਼ਿਆਦਾ ਕਰੋਨਾ ਵਾਇਰਸ ਫੈਲਣ ਦਾ ਕੇਸ ਸਾਹਮਣੇ ਹੁਣ ਤੱਕ ਆ ਚੁੱਕੇ ਨੇ, ਕਿਉਂਕਿ ਕਾਫੀ ਦੇਰ ਤੱਕ ਤਾਂ ਪਤਾ ਹੀ ਨਹੀਂ ਲੱਗਿਆ ਕਿ ਉੱਥੇ ਕਰੋਨਾ ਵਾਇਰਸ ਫੈਲ ਗਿਆ, ਕਿਉਂਕਿ ਉੱਥੇ ਇੱਕ ਕਾਮੇ ਨੂੰ ਕਰੋਨਾ ਵਾਇਰਸ ਹੋਇਆ ਪਿਆ ਸੀ, ਜਿਸ ਤੋਂ ਹੋਰ ਕਈ ਕਾਮਿਆਂ ਨੂੰ ਹੋ ਗਿਆ ਤੇ ਗ੍ਰਾਹਕਾਂ ਨੂੰ ਵੀ ਹੋ ਗਿਆ। ਓਨਟਾਰੀਓ ਦੇ ਕਿੰਗਸਟਨ ਵਿੱਚ ਇੱਕ ਨੇਲ ਸੈਲੂਨ ਦੇ ਵਿੱਚ COVID-19 ਆਊਟਬ੍ਰੇਕ ਹੋਇਆ, ਜਿੱਥੇ ਕਿ ਕਾਫੀ ਗਿਣਤੀ 'ਚ ਹੁਣ ਤੱਕ ਮਾਮਲੇ ਸਾਹਮਣੇ ਆ ਚੁੱਕੇ ਨੇ। ਉੱਥੇ ਤੋਂ ਹੀ 5 ਅਜਨਬੀ COVID-19 ਦੇ ਮਾਮਲੇ ਸਾਹਮਣੇ ਆਏ ਨੇ, ਜਿਨ੍ਹਾਂ ਵਿੱਚ ਇੱਕ ਕਾਮਾ ਦੂਜੇ ਸੈਲੂਨ ਦਾ ਵੀ ਹੈ। ਇਸ ਦੌਰਾਨ ਜਾਣਕਾਰੀ ਸਾਂਝੀ ਕਰਦੇ ਹੋਏ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਸੈਲੂਨ ਤੋਂ ਹੋਏ ਆਊਟਬ੍ਰੇਕ ਤੋਂ ਬਾਅਦ ਹੁਣ ਤੱਕ 27 COVID-19 ਦੇ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿੱਥੇ ਕਿ ਪਹਿਲਾਂ ਇੱਕ ਕਾਮੇ ਨੂੰ COVID-19 ਤੋਂ ਮਰੀਜ਼ ਪਾਇਆ ਗਿਆ, ਜਿਸ ਤੋਂ ਬਾਅਦ ਉਹ ਦੂਜੇ ਕਾਮਿਆਂ ਦੇ ਵੀ ਕਾਫੀ ਨੇੜੇ ਸੀ, ਉਹਨਾਂ ਨੂੰ ਵੀ ਕਰੋਨਾ ਵਾਇਰਸ ਹੋ ਗਿਆ ਤੇ ਉਸ ਤੋਂ ਬਾਅਦ ਗ੍ਰਾਹਕਾਂ ਨੂੰ ਵੀ ਕਰੋਨਾ ਵਾਇਰਸ ਹੋਣ ਦੀ ਜਾਣਕਾਰੀ ਦਿੱਤੀ ਗਈ। ਨੇਲ ਐਂਡ ਸਪਾ ਸੈਲੂਨ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਜੇਕਰ ਕੋਈ ਵੀ ਵਿਅਕਤੀ ਉੱਥੇ ਜੂਨ 17 ਨੂੰ ਜਾਂ ਫਿਰ ਜੂਨ 21 ਤੋਂ ਲੈ ਕੇ ਜੂਨ 25 ਦੇ ਵਿੱਚ ਕਦੀ ਵੀ ਗਿਆ ਹੋਵੇ ਤਾਂ ਉਹ ਖੁਦ ਨੂੰ ਟੈਸਟ ਜ਼ਰੂਰ ਕਰਵਾ ਲਵੇ
ਜੇਕਰ ਉਸ ਦੇ ਵਿੱਚ ਕਰੋਨਾ ਵਾਇਰਸ ਦਾ ਕੋਈ ਲੱਛਣ ਦਿਖਾਈ ਨਹੀਂ ਵੀ ਦੇ ਰਿਹਾ ਤਾਂ ਉਹ ਖੁਦ ਨੂੰ 14 ਦਿਨ ਦੇ ਵਾਸਤੇ ਵੱਖਰੇ ਤੌਰ ਦੇ ਉੱਤੇ ਜ਼ਰੂਰ ਰੱਖੇ, ਕਿਉਂਕਿ ਹੋ ਸਕਦਾ ਹੈ ਕਿ ਉੱਥੇ ਇੰਨੀ ਵੱਡੀ ਗਿਣਤੀ ਦੇ ਵਿੱਚ ਕੋਵਿਡ-19 ਨਾਲ ਸੰਬੰਧਿਤ ਮਾਮਲੇ ਸਾਹਮਣੇ ਆ ਚੁੱਕੇ ਨੇ ਤਾਂ ਉਸ ਤੋਂ ਹੋਰ ਵੀ ਵਿਅਕਤੀ ਸ਼ਿਕਾਰ ਹੋਏ ਹੋਣ ਜਿਨ੍ਹਾਂ ਦੇ ਬਾਰੇ ਅਜੇ ਨਹੀਂ ਪਤਾ ਲੱਗ ਸਕਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਲਗਾਤਾਰ ਉਹ ਇਸ ਸੰਬੰਧੀ ਟੈਸਟਿੰਗ ਕਰ ਰਹੇ ਨੇ ਤੇ ਨਾਲ ਹੀ ਹੋਰ ਜ਼ਿਆਦਾ ਟਰੇਸ ਕੀਤਾ ਜਾ ਰਿਹਾ ਹੈ ਕਿ ਜਿੰਨੇ ਜ਼ਿਆਦਾ ਲੋਕਾਂ ਨੂੰ ਉਸ ਸੈਲੂਨ ਦੇ ਨੇੜੇ ਸਨ ਉਹਨਾਂ ਨੂੰ ਟੈਸਟ ਵੀ ਕੀਤਾ ਜਾਵੇ, ਜਿਸ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਉਸੇ ਖੇਤਰ ਤੋਂ ਪਿਛਲੇ ਹਫ਼ਤੇ ਦੇ ਵਿੱਚ 3000 ਵਿਅਕਤੀਆਂ ਦੇ ਕੋਵਿਡ-19 ਨਾਲ ਸੰਬੰਧਿਤ ਟੈਸਟ ਕੀਤੇ ਜਾ ਚੁੱਕੇ ਨੇ। ਟਿਮ ਹਾਰਟਨਸ ਦੇ ਵੱਲੋਂ ਜਿਹੜੀ ਫੋਨ ਦੇ ਵਿੱਚ ਡਾਊਨਲੋਡ ਕਰਨ ਦੇ ਲਈ ਐਪਲੀਕੇਸ਼ਨ ਲਾਂਚ ਕੀਤੀ ਗਈ, ਜਦੋਂ ਤੋਂ ਰਿਵਾਰਡਸ ਵਾਲਾ ਸਿਸਟਮ ਸ਼ੁਰੂ ਕੀਤਾ ਸੀ ਟਿਮ ਹਾਰਟਨਸ ਨੇ, ਉਦੋਂ ਤੋਂ ਬਹੁਤ ਜ਼ਿਆਦਾ ਕੈਨੇਡਾ ਵਾਸੀਆਂ ਨੇ ਐਪਲੀਕੇਸ਼ਨ ਨੂੰ ਫੋਨ 'ਚ ਡਾਊਨਲੋਡ ਕੀਤਾ। ਉੱਥੋਂ ਹੀ ਆਨਲਾਈਨ ਆਰਡਰ ਵੀ ਕੀਤਾ ਜਾਂਦਾ ਹੈ ਤੇ ਵੱਖੋ ਵੱਖਰੇ ਤਰੀਕਿਆਂ ਨਾਲ ਉਸ ਐਪਲੀਕੇਸ਼ਨ ਨੂੰ ਵਰਤਿਆ ਜਾ ਸਕਦਾ ਹੈ, ਪਰ ਉਸ ਨੂੰ ਲੈ ਕੇ ਹੁਣ ਕਈ ਤਰ੍ਹਾਂ ਦੇ ਇਲਜ਼ਾਮ ਲੱਗੇ ਨੇ। ਮੀਡੀਆ ਰਿਪੋਰਟਸ ਮੁਤਾਬਕ ਜਦੋਂ ਪਹਿਲਾਂ ਇਲਜ਼ਾਮ ਲੱਗੇ ਤਾਂ ਉਹਨਾਂ ਤੋਂ ਬਾਅਦ ਹੁਣ 4 ਵੱਖੋ ਵੱਖਰੇ ਵਿਭਾਗ ਕੈਨੇਡਾ ਦੇ ਵਿੱਚ ਪ੍ਰਾਈਵੇਸੀ ਐਕਟ ਦੀ ਉਲੰਘਣਾ ਕਰਨ ਦੇ ਤਹਿਤ ਇਲਜ਼ਾਮਾਂ ਦੇ ਬਾਅਦ ਉਸ ਦੇ ਉੱਤੇ ਜਾਂਚ ਕਰ ਰਹੇ ਨੇ ਤੇ ਇਸ ਜਾਂਚ ਨੂੰ ਅੱਜ ਹੀ ਖੋਲ੍ਹਿਆ ਗਿਆ, ਜਿਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਐਪਲੀਕੇਸ਼ਨ ਦੇ ਰਾਹੀਂ ਪੂਰੇ ਦਿਨ ਦੀਆਂ ਗ੍ਰਾਹਕਾਂ ਦੀ ਐਕਟੀਵਿਟੀਜ਼ ਨੂੰ ਰਿਕਾਰਡ ਕੀਤੇ ਜਾਣ ਦੇ ਇਲਜ਼ਾਮ ਲੱਗੇ ਨੇ। ਕੈਨੇਡੀਅਨ ਪ੍ਰਾਈਵੇਸੀ ਅਥਾਰਟੀਜ਼ ਦੇ ਵੱਲੋਂ ਟਿਮ ਹਾਰਟਨਸ ਦੇ ਉੱਤੇ ਜਾਂਚ ਖੋਲ੍ਹਣ ਦਾ ਐਲਾਨ ਕੀਤਾ ਗਿਆ। ਦਰਅਸਲ ਮੀਡੀਆ ਰਿਪੋਰਟ ਸਾਹਮਣੇ ਆਈਆਂ ਸਨ ਜਿਸ ਦੇ ਵਿੱਚ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਸੀ ਕਿ ਸਮਾਰਟਫੋਨ ਐਪਲੀਕੇਸ਼ਨ ਜੋ ਟਿਮ ਹਾਰਟਨਸ ਦੇ ਵੱਲੋਂ ਤਿਆਰ ਕੀਤੀ ਗਈ ਹੈ, ਜਿਸ ਦੇ ਉੱਤੇ ਆਰਡਰ ਵੀ ਕੀਤਾ ਜਾ ਸਕਦਾ ਹੈ ਤੇ ਇਸ ਦੇ ਨਾਲ ਹੀ ਟਿਮ ਹਾਰਟਨਸ ਦਾ ਮੈਨਿਊ ਤੇ ਹੋਰ ਚੀਜ਼ਾਂ ਇਸ ਦੇ ਉੱਤੇ ਦੇਖੀਆਂ ਜਾ ਸਕਦੀਆਂ ਨੇ। ਉਸ ਦੇ ਵਿੱਚ ਸਵਾਲ ਖੜੇ ਕੀਤੇ ਗਏ ਨੇ ਕਿ ਇਸ ਐਪਲੀਕੇਸ਼ਨ ਦੇ ਰਾਹੀਂ ਵਿਅਕਤੀਆਂ ਦੀ ਨਿੱਜੀ ਜਾਣਕਾਰੀ ਨੂੰ ਦੇਖਿਆ ਤੇ ਜਮ੍ਹਾਂ ਕੀਤਾ ਜਾ ਰਿਹਾ ਹੈ, ਜਿਸ ਦੇ ਵਿੱਚ ਇੱਥੋਂ ਤੱਕ ਕਿ ਕੋਈ ਵਿਅਕਤੀ ਕਿੱਥੇ ਜਾਂਦਾ ਹੈ, ਉਹਦੇ ਹਰ ਰੋਜ਼ ਤੇ ਕੀ ਕੰਮ ਕਰਦਾ ਹੈ, ਉਸ ਦੇ ਉੱਤੇ ਵੀ ਇਸ ਐਪਲੀਕੇਸ਼ਨ ਦੇ ਰਾਹੀਂ ਧਿਆਨ ਰੱਖਿਆ ਜਾ ਰਿਹਾ ਹੈ, ਉਦੋਂ ਵੀ ਜਦੋਂ ਫੋਨ ਦੇ ਵਿੱਚ ਇਸ ਐਪਲੀਕੇਸ਼ਨ ਦੀ ਵਰਤੋਂ ਕੀਤੀ ਨਹੀਂ ਜਾ ਰਹੀ ਹੋਵੇ। ਆਫਿਸ ਆਫ ਦ ਪ੍ਰਾਈਵੇਸੀ ਕਮਿਸ਼ਨਰ ਆਫ ਕੈਨੇਡਾ ਅਤੇ ਉਹਨਾਂ ਦੇ ਨਾਲ ਕਿਊਬੈਕ, ਬ੍ਰਿਟਿਸ਼ ਕੋਲੰਬੀਆ ਤੇ ਐਲਬਰਟਾ ਦੇ ਵਿੱਚ ਪ੍ਰਾਈਵੇਸੀ ਦਾ ਧਿਆਨ ਰੱਖਣ ਦੇ ਵਾਸਤੇ ਜੋ ਅਥਾਰਟੀਜ਼ ਨੇ, ਉਹਨਾਂ ਨੇ ਸੋਮਵਾਰ ਨੂੰ ਕਿਹਾ ਕਿ ਉਹ ਇੱਕ ਇਨਵੈਸਟੀਗੇਸ਼ਨ ਖੋਲ੍ਹ ਰਹੇ ਨੇ, ਜਿਸ ਦੇ ਵਿੱਚ ਉਹਨਾਂ ਵੱਲੋਂ ਇਹ ਜਾਂਚ ਕੀਤੀ ਜਾਵੇਗੀ ਕਿ ਕੰਪਨੀ ਵੱਲੋਂ ਜਿਹੜੀ ਮੋਬਾਈਲ ਐਪ ਦੀ ਵਰਤੋਂ ਕੀਤੀ ਜਾ ਰਹੀ ਹੈ ਉਹ ਕੈਨੇਡਾ ਦੇ ਪ੍ਰਾਈਵੇਸੀ ਕਾਨੂੰਨ ਤਹਿਤ ਬਣਾਈ ਗਈ ਹੈ ਜਾਂ ਨਹੀਂ, ਜਿਸ ਦੇ ਵਿੱਚ PIPEDA ਯਾਨੀ ਕਿ ਪਰਸਨਲ ਇਨਫੋਰਮੇਸ਼ਨ ਪ੍ਰੋਟੈਕਸ਼ਨ ਐਂਡ ਇਲੈਕਟ੍ਰੋਨਿਕ ਡਾਕੂਮੈਂਟਸ ਐਕਟ ਦੇ ਅਧੀਨ ਹੀ ਜਾਂਚ ਕੀਤੀ ਜਾਵੇਗੀ ਕਿ ਇਸ ਦੇ ਵਿੱਚ ਪ੍ਰਾਈਵੇਸੀ ਦੇ ਸੰਬੰਧੀ ਕਾਨੂੰਨ ਦੀ ਉਲੰਘਣਾ ਤਾਂ ਨਹੀਂ ਕੀਤੀ ਜਾ ਰਹੀ, ਕਿਉਂਕਿ ਫਾਈਨੈਂਸ਼ੀਅਲ ਪੋਸਟ ਅਖਬਾਰ ਦੇ ਵੱਲੋਂ ਇਸੇ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਐਪਲੀਕੇਸ਼ਨ ਦੇ ਵਿੱਚ ਜੀਓ ਲੋਕੇਸ਼ਨ ਟੈਕਨੋਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਦੇ ਨਾਲ ਉਸ ਸਮੇਂ ਵੀ ਵਿਅਕਤੀਆਂ ਦੇ ਕੀਤੇ ਜਾ ਰਹੇ ਕੰਮਾਂ ਦੇ ਉੱਤੇ ਧਿਆਨ ਰੱਖਿਆ ਜਾ ਸਕਦਾ ਹੈ ਜਦੋਂ ਐਪਲੀਕੇਸ਼ਨ ਬੰਦ ਹੋਵੇ। ਤੇ ਹੁਣ ਇਸ ਦੇ ਉੱਤੇ ਕਈ ਸਵਾਲ ਖੜੇ ਹੋਏ, ਜਿਸ ਤੋਂ ਬਾਅਦ ਜਾਂਚ ਖੋਲ੍ਹੀ ਜਾ ਰਹੀ ਹੈ। ਅਗਲੀ ਖਬਰ ਟੋਰਾਂਟੋ ਤੋਂ ਹੈ। ਟੋਰਾਂਟੋ ਦੇ ਵਿੱਚ ਕਈ ਅਜਿਹੇ ਮਾਮਲੇ ਸਾਹਮਣੇ ਆਏ ਸੀ ਜਿਸ ਦੇ ਵਿੱਚ ਇੱਕ ਵਿਅਕਤੀ ਗ੍ਰਾਹਕ ਬਣ ਕੇ ਜਾਂਦਾ ਸੀ ਕਿਸੇ ਬਿਜ਼ਨਸ ਵਿੱਚ ਤੇ ਉੱਥੇ ਫਿਰ ਚਾਕੂ ਗਰਦਨ ਦੇ ਉੱਤੇ ਰੱਖ ਕੇ ਦੂਜਿਆਂ ਦੇ ਉਹ ਸਮਾਨ ਦੀ ਜਾਂ ਪੈਸਿਆਂ ਦੀ ਮੰਗ ਕਰਦਾ ਸੀ। ਉਸ ਮਾਮਲੇ ਵਿੱਚ ਪੁਲਿਸ ਨੇ ਹੁਣ ਇੱਕ ਵਿਅਕਤੀ ਦੀ ਤਸਵੀਰ ਜਾਰੀ ਕੀਤੀ ਹੈ ਤੇ ਉਸ ਨੂੰ ਪਛਾਣਨ ਦੇ ਵਾਸਤੇ ਸਹਿਯੋਗ ਮੰਗਿਆ ਹੈ। ਟੋਰਾਂਟੋ ਪੁਲਿਸ ਨੇ 2 ਤਸਵੀਰਾਂ ਜਾਰੀ ਕਰਕੇ ਇੱਕ ਵਿਅਕਤੀ ਦੀ ਪਛਾਣ ਕਰਨ ਦੇ ਵਾਸਤੇ ਮਦਦ ਦੀ ਮੰਗ ਕੀਤੀ ਹੈ, ਜਿਸ ਦੇ ਵਿੱਚ ਟੋਰਾਂਟੋ ਪੁਲਿਸ ਨੇ ਕਿਹਾ ਕਿ ਇਸ ਵਿਅਕਤੀ ਦਾ ਸਬੰਧ 8 ਚਾਕੂ ਦੀ ਨੋਕ ਤੇ ਕੀਤੀਆਂ ਗਈਆਂ ਲੁੱਟਾਂ ਦੇ ਨਾਲ ਹੈ, ਜੋ ਕਿ ਟੋਰਾਂਟੋ ਦੇ ਵਿੱਚ ਈਸਟ ਖੇਤਰ 'ਚ ਕੀਤੀਆਂ ਗਈਆਂ, ਜਿਸ ਦੇ ਲਈ ਪੁਲਿਸ ਨੇ ਦੱਸਿਆ ਕਿ ਫਰਵਰੀ 2020 ਤੋਂ ਲੈ ਕੇ ਮਾਰਚ 2020 ਤੱਕ ਚਾਕੂ ਦੀ ਨੋਕ ਦੇ ਉੱਤੇ ਇਸ ਵਿਅਕਤੀ ਨੇ 8 ਥਾਵਾਂ ਦੇ ਉੱਤੇ ਲੁੱਟਾਂ ਕੀਤੀਆਂ ਨੇ, ਜਿਸ ਦੇ ਵਿੱਚ ਉਹ ਵੱਖੋ ਵੱਖਰੇ ਸਪਾਸ ਤੇ ਮਸਾਜ ਪਾਰਲਰਸ ਦੇ ਵਿੱਚ ਜਾਂਦਾ ਸੀ, ਜਿੱਥੇ ਜਾ ਕੇ ਉਹ ਖੁਦ ਨੂੰ ਗ੍ਰਾਹਕ ਦੱਸਦਾ ਸੀ ਤੇ ਕੁਝ ਦੇਰ ਬਾਅਦ ਉੱਥੇ ਮੌਜੂਦ ਵਿਅਕਤੀਆਂ ਦੇ ਗਲੇ ਦੇ ਉੱਤੇ ਚਾਕੂ ਰੱਖ ਕੇ ਉਹਨਾਂ ਤੋਂ ਪੈਸਿਆਂ ਦੀ ਮੰਗ ਕਰਦਾ ਸੀ। ਫੋਨ ਤੇ ਹੋਰ ਵੀ ਜਿਹੜੀ ਵੀ ਉਹਨਾਂ ਦੇ ਕੋਈ ਨਿੱਜੀ ਸਮਾਨ ਹੁੰਦਾ ਸੀ ਉਹ ਸਾਰਾ ਮੰਗ ਕੇ ਲੁੱਟ ਕੇ ਉੱਥੋਂ ਭੱਜ ਜਾਂਦਾ ਸੀ। ਜਿਸ ਤੋਂ ਬਾਅਦ ਅਧਿਕਾਰੀਆਂ ਨੇ ਦੱਸਿਆ ਕਿ ਜਿਹੜੀਆਂ ਇਹ 8 ਲੁੱਟਾਂ ਕੀਤੀਆਂ ਗਈਆਂ, ਇਸ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਜ਼ਖਮੀ ਨਹੀਂ ਇਸ ਦੇ ਵਿੱਚ ਪਾਇਆ ਗਿਆ, ਪਰ ਜਿਸ ਵਿਅਕਤੀ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਨੇ ਉਸ ਦੇ ਬਾਰੇ ਦੱਸਿਆ ਗਿਆ ਹੈ ਕਿ ਉਸ ਦੀ ਕਰੀਬ 5 ਫੁੱਟ 5 ਇੰਚ ਦੇ ਕੱਦ ਹੈ ਤੇ 25 ਤੋਂ 30 ਸਾਲ ਦੇ ਕਰੀਬ ਉਮਰ ਹੈ, ਕਾਲੇ ਵਾਲ ਨੇ ਤੇ ਉਸ ਦੇ ਬਾਰੇ ਪੁਲਿਸ ਨੂੰ ਜੇਕਰ ਕਿਸੇ ਨੇ ਵੀ ਕੋਈ ਜਾਣਕਾਰੀ ਦੇਣੀ ਹੋਵੇ ਤਾਂ 4168087350 ਦੇ ਉੱਤੇ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ।
ਅਗਲੀ ਖਬਰ ਕੈਮਲੂਪਸ ਤੋਂ ਹੈ ਜੋ ਕਿ ਆਰਸੀਐਮਪੀ ਨੇ ਸਾਂਝੀ ਕੀਤੀ ਹੈ, ਜਿਨ੍ਹਾਂ ਨੇ ਕਿਹਾ ਕਿ 11:45 ਦੇ ਉੱਤੇ ਉਹਨਾਂ ਨੂੰ ਬੁਲਾਇਆ ਗਿਆ, ਜਿੱਥੇ ਕਿ ਇੱਕ ਵਿਅਕਤੀ ਮ੍ਰਿਤਕ ਪਾਇਆ ਗਿਆ। ਦਰਅਸਲ ਇੱਕ ਘਰ ਦੇ ਵਿੱਚ ਕੋਈ ਵਿਜ਼ਿਟਰ ਆਇਆ ਸੀ ਤੇ ਉਸ ਪਰਿਵਾਰ ਨੇ ਪੁਲਿਸ ਨੂੰ ਬੁਲਾਇਆ ਤੇ ਉਹਨਾਂ ਦਾ ਕੁੱਤਾ ਸੀ ਪਿਟਬੁਲ, ਉਸਨੇ ਉਸ ਵਿਅਕਤੀ ਤੇ ਹਮਲਾ ਕਰ ਦਿੱਤਾ ਤੇ ਉਸ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ 900 ਬਲਾਕ ਤੇ ਸਿੰਘ ਸਟਰੀਟ ਦੇ ਉੱਤੇ ਬੁਲਾਇਆ ਗਿਆ ਸੀ, ਜਿੱਥੇ ਕਿ ਜਿਹੜੇ ਪਰਿਵਾਰ ਦਾ ਪਿਟਬੁਲ ਸੀ ਉਹਨਾਂ ਨੇ ਹੀ ਫੋਨ ਕੀਤਾ ਸੀ। ਅੱਜ ਦੁਪਹਿਰ ਦੀ ਹੀ ਇਹ ਖਬਰ ਹੈ, ਜਿਸ ਤੋਂ ਬਾਅਦ ਆਰਸੀਐਮਪੀ ਨੇ ਕਿਹਾ ਕਿ ਮੌਕੇ ਤੇ ਹੀ ਮ੍ਰਿਤਕ ਨੇ ਦਮ ਤੋੜ ਦਿੱਤਾ ਸੀ। ਕਾਫੀ ਗੰਭੀਰ ਉਸਦੇ ਸੱਟਾਂ ਲੱਗੀਆਂ ਸਨ ਪਿਟਬੁਲ ਦੇ ਹਮਲੇ ਤੋਂ ਬਾਅਦ, ਤੇ ਜਿਸ ਤੋਂ ਬਾਅਦ ਪੁਲਿਸ ਨੇ ਵੀ ਕਿਹਾ ਕਿ ਉਹ ਫਿਲਹਾਲ ਵਿਅਕਤੀ ਦੀ ਪਛਾਣ ਨੂੰ ਜਨਤਕ ਨਹੀਂ ਕਰ ਸਕਦੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ BC ਕੋਰਨਰ ਸਰਵਿਸ ਦੇ ਵੱਲੋਂ ਜਾਣਕਾਰੀ ਜਾਰੀ ਕੀਤੀ ਗਈ ਤੇ ਨਾਲ ਹੀ ਪੈਰਾਮੈਡਿਕਸ ਦੇ ਵੱਲੋਂ ਇੱਕ ਖਾਸ ਟਵੀਟ ਕਰਕੇ ਸਾਰੀ ਜਾਣਕਾਰੀ ਦਿੱਤੀ ਗਈ ਹੈ ਤੇ ਨਾਲ ਹੀ ਚੇਤਾਵਨੀ ਦਿੱਤੀ ਗਈ ਹੈ ਕਿ ਨਸ਼ੇ ਦੀ ਓਵਰਡੋਜ਼ ਕਰਕੇ ਵੱਡੀ ਗਿਣਤੀ 'ਚ ਵਿਅਕਤੀਆਂ ਦੀ ਜ਼ਿੰਦਗੀ ਖਤਰੇ 'ਚ ਪੈ ਰਹੀ ਹੈ, ਜਿਸ ਦੇ ਬਾਰੇ ਜਾਣਕਾਰੀ ਦੱਸੀ ਗਈ ਕਿ ਸ਼ੁੱਕਰਵਾਰ ਜੋ ਕਿ ਲੰਘਿਆ ਹੈ ਉਸ ਦਿਨ 131 ਮਾਮਲੇ ਅਜਿਹੇ ਸਨ ਜੋ ਕਿ ਪੈਰਾਮੈਡਿਕਸ ਨੂੰ ਓਵਰਡੋਜ਼ ਦੇ ਬਾਰੇ ਫੋਨ ਆਏ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਇਹ ਵੀ ਦੱਸਿਆ ਉਹਨਾਂ ਵਿੱਚ ਕੁਝ ਮਰੀਜ਼ਾਂ ਦੀ ਹਾਲਤ ਇਹੋ ਜਿਹੀ ਵੀ ਸੀ ਕਿ ਉਹਨਾਂ ਦੇ ਬਚਣ ਦੀ ਉਮੀਦ 99% ਨਹੀਂ ਸੀ। ਜਿਸ ਤੋਂ ਬਾਅਦ ਅਧਿਕਾਰੀਆਂ ਨੇ ਕਿਹਾ ਕਿ ਇਹ ਮਾਮਲੇ ਇੰਨੀ ਜ਼ਿਆਦਾ ਗਿਣਤੀ 'ਚ ਸਾਹਮਣੇ ਆ ਰਹੇ ਨੇ, ਜੇਕਰ ਔਸਤਨ ਇੱਕ ਦਿਨ ਦੇ ਮਾਮਲਿਆਂ ਦੀ ਗਿਣਤੀ ਕੀਤੀ ਜਾਵੇ ਤਾਂ ਸ਼ੁੱਕਰਵਾਰ ਨੂੰ ਸਾਹਮਣੇ ਆਏ ਮਾਮਲੇ ਉਸ ਔਸਤ ਤੋਂ ਦੁੱਗਣੇ ਸਾਹਮਣੇ ਆਏ ਨੇ, ਜਿਸ ਤੋਂ ਬਾਅਦ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ ਗਿਆ। ਇੱਥੇ ਅਧਿਕਾਰੀਆਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਹੁਣ ਤੱਕ ਬ੍ਰਿਟਿਸ਼ ਕੋਲੰਬੀਆ ਵਿੱਚ ਸਾਲ 2020 ਦੇ ਅੰਦਰ ਹੀ ਕੋਵਿਡ-19 ਦੇ ਕਰਕੇ ਤਾਂ 174 ਮੌਤਾਂ ਹੋਈਆਂ ਨੇ। ਗੈਰ ਕਾਨੂੰਨੀ ਨਸ਼ਿਆਂ ਦੀ ਓਵਰਡੋਜ਼ ਕਰਕੇ 31 ਮਈ ਤੱਕ ਹੀ 554 ਮੌਤਾਂ ਹੋ ਚੁੱਕੀਆਂ ਨੇ। 2020 ਦੇ ਵਿੱਚ ਹੋਈਆਂ ਮੌਤਾਂ ਨੇ ਕਾਫੀ ਜ਼ਿਆਦਾ ਰਿਕਾਰਡ ਵੀ ਤੋੜ ਦਿੱਤਾ ਹੈ। ਕਾਫੀ ਗਿਣਤੀ ਦੇ ਵਿੱਚ ਓਵਰਡੋਜ਼ ਕਰਕੇ ਬ੍ਰਿਟਿਸ਼ ਕੋਲੰਬੀਆ ਅੰਦਰ ਇਸ ਸਾਲ ਮੌਤਾਂ ਹੋ ਰਹੀਆਂ ਨੇ, ਜਿਸ ਤੋਂ ਬਾਅਦ ਇਹ ਵੀ ਕਿਹਾ ਜਾ ਰਿਹਾ ਹੈ ਜਿੱਥੇ ਇੱਕ ਪਾਸੇ ਸੂਬੇ 'ਚ 2 ਐਮਰਜੈਂਸੀਆਂ ਲੱਗੀਆਂ ਹੋਈਆਂ ਨੇ ਸਿਹਤ ਨੂੰ ਲੈ ਕੇ, ਇੱਕ ਨਸ਼ਿਆਂ ਨਾਲ ਸੰਬੰਧਿਤ ਤਾਂ ਦੂਜੇ ਪਾਸੇ ਕੋਵਿਡ-19 ਨਾਲ ਸੰਬੰਧਿਤ। ਪਰ ਕੋਵਿਡ-19 ਤੋਂ ਬਾਅਦ ਕੁਝ ਅਜਿਹਾ ਦਬਾਅ ਤੇ ਕੁਝ ਅਜਿਹੇ ਹਾਲਾਤ ਬਣੇ ਨੇ ਜਿਸ ਤੋਂ ਬਾਅਦ ਓਵਰਡੋਜ਼ ਦੇ ਮਾਮਲੇ ਇੰਨੇ ਜ਼ਿਆਦਾ ਸਾਹਮਣੇ ਆ ਰਹੇ ਨੇ, ਕਿਉਂਕਿ ਕਾਫੀ ਗਿਣਤੀ ਦੇ ਵਿੱਚ ਵਿਅਕਤੀ ਅਜਿਹੇ ਓਵਰਡੋਜ਼ ਦੇ ਨਾਲ ਮ੍ਰਿਤਕ ਪਾਏ ਗਏ ਜਾਂ ਫਿਰ ਓਵਰਡੋਜ਼ ਦੇ ਮਰੀਜ਼ ਪਾਏ ਗਏ ਨੇ, ਜਿਨ੍ਹਾਂ ਨੂੰ ਤੁਰੰਤ ਪੈਰਾਮੈਡਿਕਸ ਦੇ ਵੱਲੋਂ ਇਲਾਜ ਦਿੱਤਾ ਗਿਆ, ਜਿਹੜੇ ਕਿ ਘਰਾਂ ਦੇ ਵਿੱਚ ਮੌਜੂਦ ਸਨ ਜਾਂ ਫਿਰ ਇਕੱਲੇ ਸਨ। ਇਸ ਦੇ ਵਿੱਚ ਅਧਿਕਾਰੀ ਬਾਰ-ਬਾਰ ਕਹਿ ਰਹੇ ਨੇ ਕਿ ਜੇਕਰ ਇਸ ਸੰਬੰਧੀ ਕਿਸੇ ਨੇ ਨਸ਼ਾ ਕਰਨਾ ਵੀ ਹੈ ਤਾਂ ਆਪਣੇ ਆਲੇ ਦੁਆਲੇ ਜ਼ਰੂਰ ਕਿਸੇ ਨਾ ਕਿਸੇ ਵਿਅਕਤੀ ਦੀ ਮੌਜੂਦਗੀ ਨੂੰ ਰੱਖੋ, ਜਿਸ ਦੌਰਾਨ ਹੀ ਉਹ ਨਸ਼ਾ ਲਿਆ ਜਾਵੇ ਤੇ ਉਸ ਦੌਰਾਨ ਜਿਹੜਾ ਵੀ ਨੇੜੇ ਵਿਅਕਤੀ ਹੈ ਉਸਨੂੰ ਨਲੈਕਸੋਨ ਕਿੱਟ ਦੇ ਬਾਰੇ ਵੀ ਜ਼ਰੂਰ ਸਾਰੀ ਜਾਣਕਾਰੀ ਹੋਵੇ ਤੇ ਫਾਰਮੇਸੀਜ਼ ਤੋਂ ਨਲੈਕਸੋਨ ਕਿੱਟ ਹੈ ਜਿਹੜੀ ਉਹ ਮਿਲ ਜਾਂਦੀ ਹੈ ਤੇ 2-3 ਕਿੱਟਸ ਵੀ ਜਿਹੜੇ ਵਿਅਕਤੀ ਨਸ਼ਾ ਕਰਦੇ ਨੇ ਆਪਣੇ ਕੋਲ ਜ਼ਰੂਰ ਰੱਖਣ, ਜਿਸ ਦੇ ਨਾਲ ਜਾਨ ਨੂੰ ਬਚਾਇਆ ਜਾ ਸਕਦਾ ਹੈ ਵਿਅਕਤੀ ਦੀ ਨੂੰ ਤੁਰੰਤ, ਜੇਕਰ ਓਵਰਡੋਜ਼ ਕਰਕੇ ਉਸਦੀ ਹਾਲਤ ਖਰਾਬ ਹੋ ਰਹੀ ਹੋਵੇ। ਇਸ ਨੂੰ ਲੈ ਕੇ ਵੱਖੋ-ਵੱਖਰੀਆਂ ਹਦਾਇਤਾਂ ਤੇ ਜਾਣਕਾਰੀ ਲਗਾਤਾਰ ਸਾਂਝੀ ਤਾਂ ਕੀਤੀ ਜਾ ਰਹੀ ਹੈ, ਪਰ ਨਿਤ ਅਜਿਹੇ ਮਾਮਲੇ ਤੇ ਅਜਿਹੀ ਗਿਣਤੀ ਸਾਹਮਣੇ ਆ ਰਹੀ ਹੈ ਜੋ ਕਿ ਹਰ ਵਾਰ ਪਿਛਲਾ ਰਿਕਾਰਡ ਤੋੜ ਜਾਂਦੀ ਹੈ, ਯਾਨੀ ਕਿ ਜ਼ਿਆਦਾ ਸਹਾਇਕ ਸਾਬਤ ਹੁੰਦੇ ਨਹੀਂ ਦਿਖਾਈ ਦੇ ਰਹੇ ਕਦਮ, ਜਿੱਥੇ ਇੱਕ ਪਾਸੇ ਜ਼ਿਆਦਾ ਧਿਆਨ ਸਾਰਿਆਂ ਦਾ ਕੋਵਿਡ-19 ਨਾਲ ਸੰਬੰਧਿਤ ਜੋ ਹਦਾਇਤਾਂ ਨੇ ਉਹਨਾਂ ਦੇ ਉੱਤੇ ਤੇ ਇਸ ਬਿਮਾਰੀ ਨਾਲ ਲੜਨ ਦੇ ਉੱਤੇ ਲੱਗਿਆ ਹੋਇਆ, ਪਰ ਦੂਜੇ ਪਾਸੇ ਇਸੇ ਸਮੇਂ ਦੌਰਾਨ ਓਵਰਡੋਜ਼ ਦੇ ਕਰਕੇ ਦੁੱਗਣੀਆਂ ਤੋਂ ਵੀ ਜ਼ਿਆਦਾ ਕੋਵਿਡ-19 ਤੋਂ ਮੌਤਾਂ ਹੋ ਚੁੱਕੀਆਂ ਨੇ। ਹੁਣ ਤੁਹਾਨੂੰ ਦੱਸਾਂਗੇ ਕਿ ਕੈਨੇਡਾ ਭਰ ਵਿੱਚ ਆਖਿਰ ਕੁੱਲ ਕੋਵਿਡ-19 ਦੇ ਕਿੰਨੇ ਮਾਮਲੇ ਹੋ ਚੁੱਕੇ ਨੇ, ਹਰ ਸੂਬੇ ਤੋਂ ਐਕਟਿਵ ਕੇਸਾਂ ਦੀ ਗਿਣਤੀ ਤੇ ਨਾਲ ਹੀ ਮੌਤਾਂ ਦੀ ਗਿਣਤੀ। ਕੈਨੇਡਾ ਭਰ ਵਿੱਚ ਹੁਣ ਤੱਕ 1,03,918 ਕੋਵਿਡ-19 ਦੇ ਮਾਮਲੇ ਹੋ ਚੁੱਕੇ ਨੇ, ਜਿਨ੍ਹਾਂ ਵਿੱਚੋਂ 67,114 ਠੀਕ ਹੋ ਚੁੱਕੇ ਨੇ, 8566 ਮੌਤਾਂ ਹੋ ਚੁੱਕੀਆਂ ਨੇ। ਐਲਬਰਟਾ ਵਿੱਚ ਐਕਟਿਵ ਕੇਸ ਕਰੀਬ 559 ਨੇ, 154 ਮੌਤਾਂ ਹੋਈਆਂ। ਬ੍ਰਿਟਿਸ਼ ਕੋਲੰਬੀਆ ਵਿੱਚ 185 ਦੇ ਕਰੀਬ ਐਕਟਿਵ ਕੇਸ ਨੇ ਤੇ 174 ਮੌਤਾਂ ਹੋਈਆਂ ਨੇ ਹੁਣ ਤੱਕ। ਮੈਨੀਟੋਬਾ ਵਿੱਚ ਕਰੀਬ 17 ਐਕਟਿਵ ਕੇਸ ਨੇ ਤੇ ਹੁਣ ਤੱਕ 7 ਮੌਤਾਂ ਹੋ ਚੁੱਕੀਆਂ ਨੇ। ਨਿਊ ਬਰੰਸਵਿਕ ਦੇ ਵਿੱਚ ਹੁਣ ਤੱਕ 5 ਐਕਟਿਵ ਕੇਸ ਨੇ ਤੇ 2 ਮੌਤਾਂ ਹੋ ਚੁੱਕੀਆਂ ਨੇ। ਨਿਊ ਫਾਊਂਡਲੈਂਡ ਵਿੱਚ ਐਕਟਿਵ ਕੇਸ ਇਸ ਸਮੇਂ ਇੱਕ ਵੀ ਨਹੀਂ ਦੱਸਿਆ ਜਾ ਰਿਹਾ ਤੇ 3 ਮੌਤਾਂ ਉੱਥੇ ਹੁਣ ਤੱਕ ਹੋ ਚੁੱਕੀਆਂ ਨੇ। ਨੋਵਾ ਸਕੋਸ਼ੀਆ ਦੇ ਵਿੱਚ ਵੀ ਇਸ ਸਮੇਂ ਐਕਟਿਵ ਕੇਸ ਕੋਈ ਨਹੀਂ ਦੱਸਿਆ ਜਾ ਰਿਹਾ, ਪਰ ਉੱਥੇ ਵੀ 63 ਮੌਤਾਂ ਹੁਣ ਤੱਕ ਹੋ ਚੁੱਕੀਆਂ ਨੇ। ਓਨਟਾਰੀਓ ਵਿੱਚ ਕਰੀਬ 1999 ਐਕਟਿਵ ਕੇਸ ਦੱਸੇ ਗਏ ਨੇ ਤੇ 2716 ਉੱਥੇ ਹੁਣ ਤੱਕ ਮੌਤਾਂ ਹੋ ਚੁੱਕੀਆਂ ਨੇ। ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਇੱਕ ਵੀ ਐਕਟਿਵ ਕੇਸ ਨਹੀਂ ਦੱਸਿਆ ਗਿਆ ਤੇ ਨਾ ਹੀ ਉੱਥੇ ਹੁਣ ਤੱਕ ਕੋਈ ਮੌਤ ਹੋਈ ਹੈ। ਕਿਊਬੈਕ ਦੇ ਵਿੱਚ 25,303 ਦੇ ਕਰੀਬ ਐਕਟਿਵ ਕੇਸ ਹੁਣ ਤੱਕ ਦੱਸੇ ਗਏ ਨੇ ਤੇ 5485 ਉੱਥੇ ਹੁਣ ਤੱਕ ਮੌਤਾਂ ਹੋ ਚੁੱਕੀਆਂ ਨੇ।
ਸਸਕੈਚਵਨ ਦੇ ਵਿੱਚ ਐਕਟਿਵ ਕੇਸ ਕਰੀਬ 87 ਦੱਸੇ ਗਏ ਨੇ ਤੇ ਉੱਥੇ ਹੁਣ ਤੱਕ 13 ਮੌਤਾਂ ਹੋ ਚੁੱਕੀਆਂ ਨੇ। ਨਾਰਥ ਵੈਸਟ ਟੈਰੀਟਰੀਜ਼ ਦੇ ਵਿੱਚ ਇੱਕ ਵੀ ਐਕਟਿਵ ਕੇਸ ਨਹੀਂ ਹੈ ਤੇ ਨਾ ਹੀ ਯੂਕੋਨ ਦੇ ਵਿੱਚ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਆਪਣੇ ਭਾਸ਼ਣ ਨੂੰ ਦਿੰਦੇ ਹੋਏ ਇਹ ਵੀ ਖਾਸ ਜਾਣਕਾਰੀ ਦਿੱਤੀ ਹੈ ਕਿ ਹੁਣ ਉਹ ਲਗਾਤਾਰ ਹਰ ਰੋਜ਼ ਭਾਸ਼ਣ ਨਹੀਂ ਦੇਣਗੇ। ਕੋਵਿਡ-19 ਤੋਂ ਬਾਅਦ ਜੋ ਹਾਲਾਤ ਵਿੱਚ ਸੁਧਾਰ ਹੋ ਰਿਹਾ ਹੈ ਕਿ ਗਿਣਤੀ ਵਿੱਚ ਜੋ ਗਿਣਤੀ ਘੱਟ ਸਾਹਮਣੇ ਆ ਰਹੀ ਹੈ ਤਾਂ ਉਸ ਤੋਂ ਬਾਅਦ ਜ਼ਿਆਦਾ ਬਿਜ਼ਨਸ ਵੀ ਸ਼ੁਰੂ ਹੋ ਗਏ ਨੇ, ਕੰਮ ਵੀ ਸ਼ੁਰੂ ਹੋ ਗਏ ਨੇ, ਲੋਕ ਵੀ ਕੰਮਾਂ 'ਤੇ ਜਾਣਾ ਸ਼ੁਰੂ ਹੋ ਗਏ ਨੇ ਤੇ ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਜਦੋਂ ਕੋਈ ਖਾਸ ਐਲਾਨ ਕਰਨਾ ਹੋਵੇਗਾ ਉਦੋਂ ਹੀ ਹੁਣ ਉਹ ਹਫ਼ਤੇ ਦੇ ਵਿੱਚ ਭਾਸ਼ਣ ਦਿਆ ਕਰਨਗੇ ਜੋ ਸਵੇਰੇ ਹਰ ਰੋਜ਼ ਉਹਨਾਂ ਦੇ ਵੱਲੋਂ ਦਿੱਤਾ ਜਾਂਦਾ ਸੀ। ਇਸ ਦੌਰਾਨ ਉਹਨਾਂ ਨੇ ਜੋ ਬੁੱਧਵਾਰ ਦੇ ਦਿਨ 1 ਜੁਲਾਈ ਨੂੰ ਕੈਨੇਡਾ ਡੇ ਆ ਰਿਹਾ ਉਸ ਦਾ ਜ਼ਿਕਰ ਵੀ ਕੀਤਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਦੇ ਭਾਸ਼ਣ ਵਿੱਚ ਦੱਸਿਆ ਹੈ ਕਿ ਉਹ ਹੁਣ ਹਰ ਰੋਜ਼ ਪ੍ਰੈਸ ਕਾਨਫਰੰਸ ਨਹੀਂ ਕਰਿਆ ਕਰਨਗੇ ਕਿਉਂਕਿ ਲੋਕ ਬਹੁਤ ਸਾਰੇ ਆਪਣੇ ਕੰਮਾਂ ਤੇ ਵਾਪਸ ਜਾ ਰਹੇ ਨੇ ਤੇ ਮੁੜ ਤੋਂ ਕੰਮ ਲਈ ਤੇ ਆ ਰਹੇ ਨੇ, ਜਿਸ ਕਰਕੇ ਜਦੋਂ ਕੋਈ ਜ਼ਰੂਰੀ ਐਲਾਨ ਕਰਨਾ ਹੋਵੇਗਾ ਉਸ ਸਮੇਂ ਹੀ ਉਹਨਾਂ ਦੇ ਵੱਲੋਂ ਕਾਨਫਰੰਸ ਕੁਝ ਦਿਨ ਬਾਅਦ ਕੀਤੀ ਜਾਇਆ ਕਰੇਗੀ। ਇਸ ਦੇ ਨਾਲ ਹੀ ਉਹਨਾਂ ਨੇ ਜ਼ਿਕਰ ਕੀਤਾ ਕਿ ਇਹ ਹਫ਼ਤਾ ਕਾਫੀ ਖਾਸ ਹੈ। 1 ਜੁਲਾਈ ਨੂੰ ਜਿੱਥੇ ਇੱਕ ਪਾਸੇ ਕੈਨੇਡਾ ਡੇ ਦੇ ਜਸ਼ਨ ਮਨਾਏ ਜਾਣੇ ਨੇ ਤਾਂ ਉੱਥੇ ਹੀ ਨਾਫਟਾ ਸੰਧੀ ਦੇ ਤਹਿਤ ਜਿਹੜੀ ਨਾਫਟਾ ਦੀ ਨਵੀਂ ਸੰਧੀ ਹੋਈ ਸੀ ਉਹ ਹੋਂਦ ਦੇ ਵਿੱਚ ਵੀ ਆਵੇਗੀ, ਜਿਸ ਦੇ ਨਾਲ ਅਮਰੀਕਾ, ਮੈਕਸੀਕੋ ਤੇ ਕੈਨੇਡਾ ਦਰਮਿਆਨ ਵਪਾਰਕ ਸਬੰਧਾਂ ਨੂੰ ਲੈ ਕੇ ਹੋਰ ਮਜ਼ਬੂਤੀ ਮਿਲੇਗੀ। ਤੇ ਇਸ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕਿਹਾ ਕਿ ਜਿੰਨੇ ਵੀ ਪ੍ਰੋਗਰਾਮ ਸਰਕਾਰ ਦੇ ਵੱਲੋਂ ਚਲਾਏ ਜਾ ਰਹੇ ਨੇ ਉਹਨਾਂ ਦੇ ਉੱਤੇ ਵੀ ਕੈਨੇਡੀਅਨਸ ਦੇ ਵੱਲੋਂ ਧਿਆਨ ਦਿੱਤਾ ਜਾਵੇ ਤੇ ਖਾਸ ਤੌਰ ਤੇ ਜਿਹੜੇ ਨੌਜਵਾਨ ਨੌਕਰੀਆਂ ਦੀ ਭਾਲ ਕਰ ਰਹੇ ਨੇ ਉਹ canada.ca ਦੇ ਉੱਤੇ ਜਾ ਕੇ ਸਮਰ ਜੌਬਸ ਦੇ ਉੱਤੇ ਨੌਕਰੀਆਂ ਦੀ ਭਾਲ ਕਰ ਸਕਦੇ ਨੇ। ਉੱਥੇ ਹਜ਼ਾਰਾਂ ਨੌਕਰੀਆਂ ਮੌਜੂਦ ਨੇ ਜਿੱਥੇ ਕਿ ਉਹ ਵੱਖੋ-ਵੱਖਰੀਆਂ ਨੌਕਰੀਆਂ ਦੇ ਵਾਸਤੇ ਅਪਲਾਈ ਕਰ ਸਕਦੇ ਨੇ। ਤਾਂ ਕੁਝ ਇਸੇ ਤਰ੍ਹਾਂ ਇੰਪਲੋਇਰਸ ਨੂੰ ਵੀ ਕਿਹਾ ਗਿਆ ਹੈ ਕਿ ਉਹ ਖੁਦ ਨੂੰ ਰਜਿਸਟਰ ਵੀ ਕਰਨ, ਜੇਕਰ ਉਹਨਾਂ ਨੂੰ ਕਾਮਿਆਂ ਦੀ ਲੋੜ ਹੈ ਤਾਂ ਉਹ ਜ਼ਿਆਦਾ ਤੋਂ ਜ਼ਿਆਦਾ ਕਾਮਿਆਂ ਨੂੰ ਕੰਮ ਦੇ ਉੱਤੇ ਰੱਖਣ, ਜਿਸ ਦੇ ਨਾਲ ਆਰਥਿਕਤਾ ਨੂੰ ਮੁੜ ਤੋਂ ਲੀਹ ਤੇ ਲਿਆਉਣ ਦੇ ਵਾਸਤੇ ਮਦਦ ਮਿਲੇਗੀ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਕਾਮਿਆਂ ਨੂੰ ਮੁੜ ਤੋਂ ਕੰਮ ਤੇ ਰੱਖਣ ਦੇ ਵਾਸਤੇ ਵੇਜ ਸਬਸਿਡੀ ਪ੍ਰੋਗਰਾਮ ਦੀ ਮਦਦ ਵੀ ਜ਼ਰੂਰ ਲਈ ਜਾਵੇ। Bonjour tout le monde. Hello everyone. Since the beginning of the crisis, our government has been focused on keeping Canadians safe and making sure people are supported during this challenging time. And as we move into the summer, this work continues. While we've made good progress over the past few months, the virus remains a very serious threat to our health. And with parts of the economy shut down for many months, a lot of people need help getting back on their feet. So we're going to continue helping in every way we can. Our government has launched new programs and made new investments to help businesses reopen safely, get people back on the job, and lay the groundwork for our economy to come roaring back. If you own a business and you're struggling with cash flow, you can get a loan through the Canada Emergency Business Account to bridge to better times. If you're a student or a recent grad looking for a job, we've created thousands of new work placements through Canada Summer Jobs and the Student Work Placement Program. And if you're an employer and you need help to bring back your staff, the Canada Emergency Wage Subsidy is there for you through this summer. In every part of the country, business owners are stepping up and hiring back their staff, from Brook Signs in Brantford, Ontario, to Anchor D Guiding and Outfitting in Turner Valley, Alberta. And moving forward, our government will help even more businesses bring back their workers. The federal government intends to extend the Canada Emergency Commercial Rent Assistance by another month, and we're working with the provinces and territories to do just that. This program is helping thousands of small businesses across the country save on rent. We know that many business owners are struggling with cash flow right now, so we're working on a solution. With summer officially here, I know a lot of people are wondering what to expect for the coming months. So this afternoon, Dr. Tam and Dr. New will release the latest public health modelling. We'll have more details then, but here's the main takeaway from these projections. After a very challenging spring, things are continuing to move in the right direction. We still have some hot spots in some parts of the country, but nationally, the number of cases, hospitalizations, and deaths is declining over time. And that's because Canadians are doing their part. You took this seriously. You followed public health instructions and made sacrifices so we could get this virus under control.
Over the coming weeks, we're going to keep regularly updating Canadians on how this virus is progressing, as we have since the beginning of this crisis, including with the latest numbers continuing to be published every single day. As we move into this new phase, however, Dr. Tam, Dr. Nu, and I will provide an update on the pandemic a few times a week instead of every day when we have briefings or information to share. I want to stress, though, that while we're on the right track, the fight against COVID-19 is not over yet. As we start to reopen parts of the economy, we must continue to follow local public health guidelines to keep each other safe. WHO ਦੇ ਅਧਿਕਾਰੀਆਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ, ਜਿਸ ਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਕੱਲ੍ਹ ਨੂੰ ਪੂਰੇ 6 ਮਹੀਨੇ ਹੋ ਜਾਣਗੇ ਉਸ ਦਿਨ ਤੋਂ ਬਾਅਦ ਜਦੋਂ ਪਤਾ ਲੱਗਿਆ ਸੀ ਕਿ COVID-19 ਨਾਲ ਸੰਬੰਧਿਤ ਕੋਈ ਬਿਮਾਰੀ ਸਾਹਮਣੇ ਆਈ ਹੈ, ਜਿਸ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਨੂੰ ਪਹਿਲਾਂ ਇਹੋ ਪਤਾ ਲੱਗਿਆ ਸੀ ਕਿ ਚੀਨ ਤੋਂ ਕੁਝ ਅਜਿਹੇ ਵਾਇਰਸ ਫੈਲਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਕਿ ਲੋਕ ਬਿਮਾਰ ਹੋ ਰਹੇ ਨੇ, ਉਹਨਾਂ ਨੂੰ ਨਿਮੋਨੀਆ ਹੋ ਰਿਹਾ ਹੈ। ਤੇ ਉਸ ਦਿਨ ਤੋਂ ਬਾਅਦ ਹੁਣ ਤੱਕ 10 ਲੱਖ ਦੇ ਕਰੀਬ COVID-19 ਦੇ ਮਰੀਜ਼ਾਂ ਦੀ ਗਿਣਤੀ ਦੁਨੀਆ ਭਰ ਤੋਂ ਸਾਹਮਣੇ ਆ ਚੁੱਕੀ ਹੈ, 5 ਲੱਖ ਮੌਤਾਂ ਦੀ ਗਿਣਤੀ ਸਾਹਮਣੇ ਆ ਚੁੱਕੀ ਹੈ। ਜਿਸ ਤੋਂ ਬਾਅਦ ਉਹਨਾਂ ਨੇ ਇਹ ਵੀ ਕਿਹਾ ਕਿ ਬੇਸ਼ੱਕ ਵੱਖੋ ਵੱਖਰੇ ਦੇਸ਼ਾਂ ਦੇ ਵਿੱਚ ਇਸ ਗਿਣਤੀ 'ਤੇ ਕਾਬੂ ਜ਼ਰੂਰ ਪਾਇਆ ਜਾ ਰਿਹਾ ਹੈ, ਪਰ ਦੁਨੀਆ ਭਰ ਵਿੱਚ ਇਸ ਦੀ ਗਿਣਤੀ ਹਜੇ ਘੱਟ ਨਹੀਂ ਰਹੀ ਹੈ। ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ COVID-19 ਦਾ ਖਤਰਾ ਨਹੀਂ ਟਲਿਆ ਹਜੇ, ਤੇ ਇਸ ਦੇ ਕੇਸਾਂ ਦੀ ਗਿਣਤੀ ਹੋ ਸਕਦਾ ਹੈ ਕਿ ਹਜੇ ਹੋਰ ਜ਼ਿਆਦਾ ਵੱਡੇ ਪੱਧਰ ਦੇ ਉੱਤੇ ਵਧੇ। Thank you, Tariq. Good morning, good afternoon, and good evening. Tomorrow marks 6 months since WHO received the first reports of a cluster of cases of pneumonia of unknown cause in China. The 6 months anniversary of the outbreak coincides with reaching 10 million cases and 500,000 deaths. This is a moment for all of us to reflect on the progress we have made and the lessons we have learned, and to recommit ourselves to doing everything we can to save lives. 6 months ago, none of us could have imagined how our world and our lives would be thrown into turmoil by this new virus. The pandemic has brought out the best and the worst of humanity. All over the world, we have seen heartwarming acts of resilience, inventiveness, solidarity, and kindness. But we have also seen concerning signs of stigma, misinformation, and the politicization of the pandemic. For the past 6 months, WHO and our partners have worked relentlessly to support all countries to prepare for and respond to this new virus. Today, we are publishing an updated and detailed timeline of WHO's response to the pandemic on our website so the public can have a look on what happened in the past 6 months in relation to the response. ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।